ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਦੇ ਵਿੱਚ ਬੇਰੁਜ਼ਗਾਰ ਹੋਏ ਹਜ਼ਾਰਾਂ ਭਾਰਤੀ ਆਈਟੀ ਮਾਹਿਰਾਂ ਦੀਆਂ ਵਧੀਆਂ ਮੁਸ਼ਕਲਾਂ। ਅਮਰੀਕਾ ਕੈਲੀਫੋਰਨੀਆ ਦੇ ਡਾਂਸ ਕਲੱਬ ਗੋਲੀਬਾਰੀ ਦਾ ਮਕਸਦ ਈਰਖਾ ਤੇ ਨਿੱਜੀ ਵਿਵਾਦ। ਯੂਐਸ ਪੁਲਿਸ ਨੇ ਪ੍ਰਗਟਾਇਆ ਖਦਸ਼ਾ। ਅਮਰੀਕਾ ਦੇ ਵਿੱਚ ਇੱਕ ਵਾਰੀ ਫਿਰ ਤੋਂ ਹੋਈ ਗੋਲੀਬਾਰੀ। ਸਕੂਲ ਵਿੱਚ ਚੱਲੀਆਂ ਤਾਬੜਤੋੜ ਗੋਲੀਆਂ, 2 ਵਿਦਿਆਰਥੀਆਂ ਦੀ ਮੌਤ। ਕੈਨੇਡਾ ਦੇ ਵਿੱਚ ਇੱਕ ਸਿੱਖ ਵਿਅਕਤੀ ਤੇ ਹਮਲਾ, ਲੱਥੀ ਦਸਤਾਰ, ਸਾਹਮਣੇ ਆਇਆ ਮੇਅਰ ਦਾ ਬਿਆਨ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ 19 ਪੈਸੇ ਦੀ ਮਜ਼ਬੂਤੀ ਦੇ ਨਾਲ ਖੁੱਲਿਆ। ਅਮਰੀਕਾ ਦਾ ਨਾਸਾ ਬਣਾ ਰਿਹਾ ਅਜਿਹਾ ਰਾਕੇਟ ਜੋ ਕੇਵਲ 45 ਦਿਨਾਂ 'ਚ ਪਹੁੰਚਾਏਗਾ ਮੰਗਲ ਗ੍ਰਹਿ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕਾ 'ਚ ਗੂਗਲ, ਮਾਈਕਰੋਸਾਫਟ ਅਤੇ ਐਮਾਜ਼ਨ ਵਰਗੀਆਂ ਕੰਪਨੀਆਂ ਦੇ ਵੱਲੋਂ ਨੌਕਰੀਆਂ ਤੋਂ ਕੱਢੇ ਜਾਣ ਕਾਰਨ ਹਜ਼ਾਰਾਂ ਭਾਰਤੀ ਆਈਟੀ ਮਾਹਿਰ ਹੁਣ ਨਵਾਂ ਰੁਜ਼ਗਾਰ ਲੱਭਣ ਦੇ ਲਈ ਸੰਘਰਸ਼ ਕਰ ਰਹੇ ਨੇ। ਦੇਸ਼ ਵਿੱਚ ਰੁਕੇ ਰਹਿਣ ਦੇ ਲਈ ਉਹ ਜਲਦੀ ਤੋਂ ਜਲਦੀ ਰੁਜ਼ਗਾਰ ਚਾਹੁੰਦੇ ਨੇ ਤਾਂ ਜੋ ਵਰਕ ਵੀਜ਼ਾ ਦੀ ਤੈਅ ਮਿਆਦ ਮੁੱਕਣ ਕਾਰਨ ਕਿਤੇ ਉਹਨਾਂ ਨੂੰ ਮੁਲਕ ਨਾ ਛੱਡਣਾ ਪੈ ਜਾਏ। ਵਾਸ਼ਿੰਗਟਨ ਪੋਸਟ ਦੇ ਮੁਤਾਬਕ ਕਰੀਬ 2 ਲੱਖ ਆਈਟੀ ਵਰਕਰਾਂ ਨੂੰ ਪਿਛਲੇ ਸਾਲ ਨਵੰਬਰ ਤੋਂ ਨੌਕਰੀਆਂ ਤੋਂ ਹੱਥ ਧੋਣਾ ਪਿਆ। ਇਹਨਾਂ ਚੋਂ 30 ਤੋਂ 40% ਭਾਰਤੀ ਆਈਟੀ ਮਾਹਿਰ ਦੱਸੇ ਜਾ ਰਹੇ ਨੇ, ਜਿਨ੍ਹਾਂ ਚੋਂ ਵੱਡੀ ਗਿਣਤੀ 'ਚ H1B ਅਤੇ L1 ਵੀਜ਼ਾ ਦੇ ਵਿਅਕਤੀ ਨੇ। ਐਮਾਜ਼ਨ ਵਿੱਚ ਕੰਮ ਕਰਦੀ ਭਾਰਤੀ ਮਹਿਲਾ 3 ਮਹੀਨੇ ਪਹਿਲਾਂ ਅਮਰੀਕਾ ਪਹੁੰਚੀ ਸੀ ਅਤੇ ਹੁਣ ਉਸ ਨੂੰ ਆਖ ਦਿੱਤਾ ਗਿਆ ਕਿ 20 ਮਾਰਚ ਉਸ ਦਾ ਆਖਰੀ ਕੰਮਕਾਜੀ ਦਿਨ ਹੋਏਗਾ। H1B ਵੀਜ਼ਾ ਵਾਲੇ ਵਰਕਰਾਂ ਨੂੰ 60 ਦਿਨਾਂ ਦੇ ਅੰਦਰ ਨਵੀਂ ਨੌਕਰੀ ਲੱਭਣੀ ਪਏਗੀ, ਨਹੀਂ ਤਾਂ ਉਹਨਾਂ ਨੂੰ ਮਜਬੂਰੀ ਵਸ ਭਾਰਤ ਪਰਤਣਾ ਪਏਗਾ। ਗਲੋਬਲ ਇੰਡੀਆ ਟੈਕਨੋਲੋਜੀ ਪ੍ਰੋਫੈਸ਼ਨਲਜ਼ ਐਸੋਸੀਏਸ਼ਨ ਅਤੇ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਨੇ ਆਈਟੀ ਮਾਹਿਰਾਂ ਨੂੰ ਰੁਜ਼ਗਾਰ ਦਿਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ। ਤਣਾਅ 'ਚ ਆਏ ਭਾਰਤੀਆਂ ਨੇ ਵੱਖ-ਵੱਖ WhatsApp ਗਰੁੱਪ ਬਣਾਏ ਨੇ ਤਾਂ ਜੋ ਉਹਨਾਂ ਦੀ ਸਮੱਸਿਆ ਦਾ ਕੋਈ ਹੱਲ ਨਿਕਲ ਸਕੇ। ਭਾਰਤੀ ਆਈਟੀ ਮਾਹਿਰਾਂ ਦੀਆਂ ਮੁਸ਼ਕਲਾਂ 'ਚ ਉਸ ਸਮੇਂ ਹੋਰ ਵਾਧਾ ਹੋ ਗਿਆ ਜਦੋਂ ਗੂਗਲ ਨੇ ਗ੍ਰੀਨ ਕਾਰਡ ਦੀ ਪ੍ਰੋਸੈਸਿੰਗ ਰੋਕਣ ਦਾ ਫੈਸਲਾ ਲਿਆ। ਹੁਣ ਜਦੋਂ ਉਹਨਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਫਰਾਰ ਕਰ ਦਿੱਤਾ ਹੈ ਤਾਂ ਉਹ ਵਿਦੇਸ਼ੀ ਆਈਟੀ ਮਾਹਿਰਾਂ ਦੀ ਸਥਾਈ ਵਸਨੀਕ ਵਜੋਂ ਮੰਗ ਨਹੀਂ ਕਰ ਰਹੇ ਨੇ। ਹੋਰ ਕਈ ਕੰਪਨੀਆਂ ਦੇ ਵੀ ਗੂਗਲ ਦੇ ਰਾਹ ਪੈਣ ਦੇ ਆਸਾਰ ਨੇ। ਕੈਲੀਫੋਰਨੀਆ ਦੇ ਇੱਕ ਡਾਂਸ ਕਲੱਬ ਦੇ ਵਿੱਚ ਚੰਦਰ ਨਵੇਂ ਸਾਲ ਦੇ ਜਸ਼ਨ ਦੇ ਦੌਰਾਨ ਇੱਕ ਬਜ਼ੁਰਗ ਏਸ਼ੀਆਈ ਪ੍ਰਵਾਸੀ ਨੇ 11 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਦੀ ਮੁੱਢਲੀ ਜਾਂਚ ਦੇ ਅਨੁਸਾਰ ਹੁਣ ਘਟਨਾ ਦੇ ਪਿੱਛੇ ਈਰਖਾ ਜਾਂ ਨਿੱਜੀ ਝਗੜਾ ਹੋ ਸਕਦਾ ਹੈ। ਹੂ ਕੈਨ ਟਰੌਨ 72 ਸਾਲਾਂ ਨੇ ਲਾਸ ਏਂਜਲਸ ਦੇ ਮਿੰਟਰੀ ਪਾਰਕ ਵਿੱਚ 21 ਜਨਵਰੀ ਦੀ ਰਾਤ ਇੱਕ ਅਰਧ ਆਟੋਮੈਟਿਕ ਪਿਸਤੌਲ ਦੇ ਨਾਲ ਆਪਣੇ 50, 60 ਤੇ 70 ਦੇ ਦਹਾਕੇ ਦੇ ਵਿੱਚ ਪੁਰਸ਼ਾਂ ਤੇ ਔਰਤਾਂ ਨੂੰ ਗੋਲੀ ਮਾਰਨਾ ਸ਼ੁਰੂ ਕੀਤਾ। ਮੁਲਜ਼ਮ ਨੇ ਪਾਰਕਿੰਗ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਅਮਰੀਕੀ ਅਧਿਕਾਰੀਆਂ ਦੇ ਮੁਤਾਬਕ 11 ਲੋਕਾਂ ਨੂੰ ਮਾਰਨ ਤੋਂ ਬਾਅਦ ਸ਼ੱਕੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਲਾਸ ਏਂਜਲਸ ਕਾਉਂਟੀ ਦੇ ਸ਼ਾਰਿਫ ਰਾਬਰਟ ਲੂਨਾ ਨੇ ਹੁਣ ਸੋਮਵਾਰ ਨੂੰ ਕਿਹਾ ਸੀਗਾ ਕਿ ਟਰੌਨ ਨੇ ਹਮਲੇ ਦੇ ਵਿੱਚ 42 ਰਾਉਂਡ ਫਾਇਰ ਕੀਤੇ ਸੀ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇਸ ਦੁਖਦਾਈ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਅਜੇ ਵੀ ਹੋਰ ਜਾਂਚ ਕਰ ਰਹੇ ਹਾਂ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਲੋਵਾ ਦੇ ਡੇਸ ਮੋਇਨਜ਼ ਸ਼ਹਿਰ ਦੇ ਇੱਕ ਸਕੂਲ ਦੇ ਵਿੱਚ ਸੋਮਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਦੇ ਵਿੱਚ 2 ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਅਧਿਆਪਕ ਗੰਭੀਰ ਰੂਪ ਵਿੱਚ ਜ਼ਖਮੀ ਹੈ। ਪੁਲਿਸ ਨੇ ਦੋਵਾਂ ਵਿਦਿਆਰਥੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਡੇਸ ਮੋਇਨੋਸ ਪੁਲਿਸ ਵਿਭਾਗ ਦੇ ਬੁਲਾਰੇ ਪੌਲ ਨੇ ਕਿਹਾ ਕਿ ਦੋਵੇਂ ਵਿਦਿਆਰਥੀਆਂ ਦੀ ਹਸਪਤਾਲ ਵਿੱਚ ਮੌਤ ਹੋ ਗਈ ਜਦੋਂ ਕਿ ਤੀਜਾ ਵਿਅਕਤੀ ਜੋ ਸਕੂਲ ਦਾ ਕਰਮਚਾਰੀ ਹੈ ਉਸ ਦੀ ਹਾਲਤ ਗੰਭੀਰ ਹੈ। ਅਮਰੀਕੀ ਮੀਡੀਆ ਦੇ ਮੁਤਾਬਕ ਗੋਲੀਬਾਰੀ ਦੀ ਘਟਨਾ ਸੋਮਵਾਰ ਦੁਪਹਿਰ ਡੇਸ ਆਇਓਵਾ ਚਾਰਟਰ ਸਕੂਲ 'ਚ ਵਾਪਰੀ। ਗੋਲੀਬਾਰੀ 'ਚ ਜ਼ਖਮੀ ਹੋਏ ਵਿਦਿਆਰਥੀਆਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਦਮ ਤੋੜ ਦਿੱਤਾ। ਘਟਨਾ 'ਚ 3 ਲੋਕ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ ਇੱਕ ਦਾ ਇਲਾਜ ਚੱਲ ਰਿਹਾ। ਤੀਸਰਾ ਵਿਅਕਤੀ ਜਿਸ ਨੂੰ ਗੋਲੀ ਨਾਲ ਸੱਟਾਂ ਲੱਗੀਆਂ ਨੇ ਉਹ ਇੱਕ ਸਕੂਲ ਅਧਿਆਪਕ ਹੈ ਜਿਸ ਦੀ ਸਰਜਰੀ ਹੋਈ ਹੈ। ਹਾਲਾਂਕਿ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਅਜੇ ਤੱਕ ਗੋਲੀ ਚਲਾਉਣ ਵਾਲੇ ਦੋਸ਼ੀਆਂ ਦੇ ਨਾਮ ਜਾਰੀ ਨਹੀਂ ਕੀਤੇ। ਮੀਡੀਆ ਰਿਪੋਰਟਾਂ ਦੇ ਮੁਤਾਬਕ ਗੋਲੀਬਾਰੀ ਦੇ ਤੁਰੰਤ ਬਾਅਦ
ਘਟਨਾ ਵਾਲੀ ਥਾਂ ਤੋਂ ਕਰੀਬ 2 ਮੀਲ ਦੂਰ 3 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਹਨਾਂ ਕੋਲੋਂ ਕਾਰ ਵੀ ਜ਼ਬਤ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਦੋਸ਼ੀਆਂ ਦੇ ਨਾਮ ਜਨਤਕ ਨਹੀਂ ਕੀਤੇ ਨੇ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਤੋਂ ਲਗਭਗ 20 ਮਿੰਟ ਬਾਅਦ ਅਧਿਕਾਰੀਆਂ ਨੇ ਲਗਭਗ 2 ਮੀਲ ਦੂਰ ਗਵਾਹਾਂ ਦੇ ਵਰਣਨ ਦੇ ਨਾਲ ਮੇਲ ਖਾਂਦੀ ਇੱਕ ਕਾਰ ਨੂੰ ਰੋਕਿਆ ਤੇ 3 ਸ਼ੱਕੀਆਂ ਨੂੰ ਹਿਰਾਸਤ 'ਚ ਲੈ ਲਿਆ। ਪੁਲਿਸ ਨੇ ਕਿਹਾ ਕਿ ਇੱਕ ਸ਼ੱਕੀ ਕਾਰ ਵਿੱਚ ਭੱਜ ਗਿਆ, ਪਰ ਅਧਿਕਾਰੀ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕਰਨ ਦੇ ਲਈ K9 ਦੀ ਵਰਤੋਂ ਕਰ ਰਹੇ ਨੇ। ਕੈਨੇਡਾ ਦੇ ਸਬਵੇ ਸਟੇਸ਼ਨ ਤੇ ਇੱਕ ਅਣਪਛਾਤੇ ਵਿਅਕਤੀ ਨੇ ਕਥਿਤ ਤੌਰ ਤੇ ਇੱਕ ਸਿੱਖ ਵਿਅਕਤੀ ਦੇ ਸਿਰ ਤੇ ਵਾਰ ਕੀਤਾ, ਜਿਸ ਨਾਲ ਉਸ ਦੀ ਦਸਤਾਰ ਹੇਠਾਂ ਡਿੱਗ ਪਈ। ਪੁਲਿਸ ਅਧਿਕਾਰੀਆਂ ਨੂੰ ਪਿਛਲੇ ਹਫ਼ਤੇ ਹੋਈ ਇਸ ਘਟਨਾ ਤੋਂ ਬਾਅਦ ਬਲੌਯਾਂਗ ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਸਬਵੇ ਸਟੇਸ਼ਨ ਤੇ ਹਮਲੇ ਦੀ ਜਾਣਕਾਰੀ ਮਿਲੀ। ਟੋਰਾਂਟੋ ਪੁਲਿਸ ਨੇ ਬਿਆਨ ਵਿੱਚ ਕਿਹਾ ਕਿ ਸ਼ੱਕੀ ਨੇ TTC ਸਟੇਸ਼ਨ ਤੋਂ ਜਾਣ ਤੋਂ ਪਹਿਲਾਂ ਪੀੜਤ ਤੇ ਕਥਿਤ ਤੌਰ ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ। ਪੀੜਤ ਦੇ ਸਿਰ ਤੇ ਮਾਮੂਲੀ ਸੱਟਾਂ ਲੱਗੀਆਂ। ਹਮਲਾਵਰ ਨੇ ਨੀਲੀ ਟੋਪੀ ਤੇ ਕਾਲੀ ਜੈਕਟ ਪਹਿਨੀ ਹੋਈ ਸੀ ਅਤੇ ਉਸ ਕੋਲ ਇੱਕ ਕਾਲਾ ਬੈਗ ਸੀ। ਟੋਰਾਂਟੋ ਦੇ ਮੇਅਰ ਜ਼ਾਨ ਟੋਰੀ ਨੇ ਕਿਹਾ ਕਿ ਨਫ਼ਰਤ ਦੀ ਸਾਡੇ ਸ਼ਹਿਰ ਵਿੱਚ ਥਾਂ ਨਹੀਂ ਹੈ। ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਭੇਦਭਾਵ ਅਤੇ ਹਿੰਸਾ ਦੇ ਖਿਲਾਫ ਇਕੱਠੇ ਖੜੇ ਹੋਈਏ। ਵਿਦੇਸ਼ਾਂ ਵਿੱਚ ਅਮਰੀਕੀ ਡਾਲਰ ਦੀ ਕਮਜ਼ੋਰੀ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ 2 ਮਹੀਨਿਆਂ ਦੇ ਵਿੱਚ ਕੱਲ ਪਹਿਲੀ ਵਾਰ 19 ਪੈਸੇ ਮਜ਼ਬੂਤ ਹੋ ਕੇ 80 ਦੇ ਅੰਕੜੇ ਨੂੰ ਪਾਰ ਕਰ ਗਿਆ ਸੀ। ਫੌਕਸ ਵਪਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਦੇ ਵਿੱਚ ਮੁਨਾਫਾ ਬੁਕਿੰਗ ਨੇ ਵੀ ਘਰੇਲੂ ਮੁਦਰਾ ਨੂੰ ਸਮਰਥਨ ਦਿੱਤਾ ਹੈ। ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਦੇ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ 80.92 ਤੇ ਖੁੱਲਿਆ। ਇਸ ਦੀ ਪਿਛਲੀ ਬੰਦ ਕੀਮਤ 81.17 ਸੀ। ਸ਼ੁਰੂਆਤੀ ਸੌਦਿਆਂ ਦੇ ਵਿੱਚ 81.2 ਤੇ 80 ਤੋਂ 88 ਦੀ ਰੇਂਜ ਵਿੱਚ ਵਪਾਰ ਕਰ ਰਿਹਾ ਸੀ। ਸੋਮਵਾਰ ਸਵੇਰੇ ਰੁਪਈਆ 80.98 ਪ੍ਰਤੀ ਡਾਲਰ ਤੇ ਕਾਰੋਬਾਰ ਕਰ ਰਿਹਾ ਸੀ, ਜੋ ਇਸ ਦੀ ਪਿਛਲੀ ਬੰਦ ਕੀਮਤ ਦੇ ਮੁਕਾਬਲੇ 19 ਪੈਸੇ ਦਾ ਵਾਧਾ ਦਰਸਾਉਂਦਾ ਹੈ। ਇਸ ਦੌਰਾਨ 6 ਪ੍ਰਮੁੱਖ ਮੁਦਰਾਵਾਂ ਦੀ ਟੋਕਰੀ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਾ ਮੁਲਾਂਕਣ ਕਰਦਾ ਡਾਲਰ ਸੂਚਾਂਕ 0.35% ਦੀ ਡਿੱਗ ਕੇ 101.65 ਤੇ ਆ ਗਿਆ। ਅਮਰੀਕਾ ਇੱਕ ਅਜਿਹਾ ਰਾਕਟ ਬਣਾ ਰਿਹਾ ਹੈ ਜੋ ਮੰਗਲ ਗ੍ਰਹਿ ਤੱਕ ਕੇਵਲ 45 ਦਿਨ ਦੇ ਵਿੱਚ ਪਹੁੰਚ ਜਾਏਗਾ। ਅਜੇ ਘੱਟ ਤੋਂ ਘੱਟ 1 ਸਾਲ ਲੱਗ ਜਾਂਦਾ ਹੈ। ਅਸਲ ਦੇ ਵਿੱਚ ਚੀਨ ਲਗਾਤਾਰ ਸਪੇਸ ਮਿਸ਼ਨ ਵਿੱਚ ਅਮਰੀਕਾ ਤੇ ਪੂਰੀ ਦੁਨੀਆ ਨੂੰ ਚੁਣੌਤੀ ਦੇ ਰਿਹਾ। ਅਮਰੀਕਾ ਉਸ ਤੋਂ ਅੱਗੇ ਜਾਣਾ ਚਾਹੁੰਦਾ ਹੈ। ਨਾਸਾ ਨੇ ਪਲਾਨਿੰਗ ਕਰ ਲਈ ਹੈ ਕਿ ਉਹ ਪਰਮਾਣੂ ਇੰਧਨ ਦੇ ਨਾਲ ਉੱਡਣ ਵਾਲਾ ਰਾਕਟ ਬਣਾਏਗਾ, ਜੋ ਕੇਵਲ ਤੇ ਕੇਵਲ 45 ਦਿਨਾਂ ਦੇ ਵਿੱਚ ਸਪੇਸ ਕ੍ਰਾਫਟ ਜਾਂ ਇਨਸਾਨ ਨੂੰ ਮੰਗਲ ਗ੍ਰਹਿ ਤੱਕ ਪਹੁੰਚਾ ਦੇਗਾ। ਇਨਸਾਨ ਹੁਣ ਤੱਕ ਧਰਤੀ ਦੀ ਹੇਠਲੀ ਪਰਤ ਜਾਂ ਫਿਰ ਕਿਸੇ ਹੋਰ ਗ੍ਰਹਿ ਤੱਕ ਕਿਸੇ ਵੀ ਦੇਸ਼ ਦਾ ਐਸਟਰੋਨੌਟ ਨਹੀਂ ਪਹੁੰਚਿਆ, ਪਰ ਮੰਗਲ ਗ੍ਰਹਿ ਤੱਕ ਪਹੁੰਚਣ ਦੇ ਲਈ ਕੇਵਲ ਰਾਕਟ ਹੀ ਨਹੀਂ ਸਗੋਂ ਕੋਈ ਨਵੀਂ ਟੈਕਨੋਲੋਜੀ ਦੀ ਵੀ ਲੋੜ ਪੈਗੀ, ਜਿਵੇਂ ਲਾਈਫ ਸਪੋਰਟ ਸਿਸਟਮ, ਰੇਡੀਏਸ਼ਨ ਸ਼ੀਲਡਿੰਗ। ਪਾਵਰ ਤੇ ਪ੍ਰੋਪੋਰਸ਼ਨਲ ਸਿਸਟਮ ਨੂੰ ਉਦੋਂ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ ਪਰਮਾਣੂ ਇੰਧਨ ਯਾਨੀ ਕਿ ਨਿਊਕਲੀਅਰ ਫਿਊਲ। ਨਾਸਾ ਤੇ ਸੋਵੀਅਤ ਸਪੇਸ ਪ੍ਰੋਗਰਾਮ ਨੇ ਦਹਾਕੇ ਬਿਤਾਏ ਨੇ ਨਿਊਕਲੀਅਰ ਸਿਸਟਮ ਨੂੰ ਵਿਕਸਿਤ ਕਰਨ ਦੇ ਵਿੱਚ। ਕੁਝ ਸਾਲ ਪਹਿਲਾਂ ਹੀ ਨਾਸਾ ਨੇ ਆਪਣਾ ਨਿਊਕਲੀਅਰ ਰਾਕਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਸਨੇ ਵਾਯੂਮੰਡਲ ਨਿਊਕਲੀਅਰ ਥਰਮਲ ਰਾਕਟ ਤੇ ਕੰਮ ਸ਼ੁਰੂ ਕੀਤਾ ਹੈ। BNTC ਵਿੱਚ 2 ਸਿਸਟਮ ਨੇ, ਪਹਿਲਾ ਨਿਊਕਲੀਅਰ ਥਰਮਲ ਪ੍ਰੋਗਰਾਮ ਹੈ ਤੇ ਦੂਜਾ ਨਿਊਕਲੀਅਰ ਇਲੈਕਟ੍ਰਿਕ ਪ੍ਰੋਗਰਾਮ ਹੈ। ਇਹ ਦੋਵੇਂ ਪ੍ਰੋਗਰਾਮ ਅਜਿਹੇ ਨੇ ਜੋ ਫਿਲਹਾਲ ਦੀ ਗਿਣਤੀ ਮੁਤਾਬਕ ਧਰਤੀ ਤੋਂ ਮੰਗਲ ਤੱਕ ਦੀ ਦੂਰੀ 100 ਦਿਨ ਵਿੱਚ ਪੂਰੀ ਕਰ ਲੈਣਗੇ, ਪਰ ਭਵਿੱਖ ਦੇ ਵਿੱਚ ਇਸ ਨੂੰ ਘੱਟ ਕਰਕੇ 45 ਦਿਨ ਵਿੱਚ ਕੀਤਾ ਜਾ ਸਕਦਾ ਹੈ। ਨਾਸਾ ਨੇ ਇਸ ਸਾਲ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਦਾ ਨਾਮ ਹੈ ਨਾਸਾ ਇਨੋਵੇਟਿਵ ਐਡਵਾਂਸਡ ਕਨਸੈਪਟਸ। ਇਸ ਦੇ ਪਹਿਲੇ ਫੇਜ਼ ਵਿੱਚ ਨਾਸਾ ਨਿਊਕਲੀਅਰ ਰਾਕਟ ਬਣਾਏਗਾ। ਨਾਸਾ ਦਾ ਕਹਿਣਾ ਹੈ ਕਿ ਉਹ ਵੇਵ ਰੋਟਰ ਟੋਪਿੰਗ ਸਾਈਕਲ ਦੀ ਮਦਦ ਦੇ ਨਾਲ ਚੱਲਣ ਵਾਲਾ ਨਿਊਕਲੀਅਰ ਪਾਵਰ ਰਾਕਟ ਬਣਾਏਗਾ, ਜੋ ਕੇਵਲ 45 ਦਿਨਾਂ ਦੇ ਵਿੱਚ ਮੰਗਲ ਤੱਕ ਪਹੁੰਚਾ ਜਾਏਗਾ। ਯੂਨੀਵਰਸਿਟੀ ਆਫ ਫਲੋਰੀਡਾ ਦੇ ਵਿੱਚ ਹਾਈਪਰਸੋਨਿਕ ਪ੍ਰੋਗਰਾਮ ਏਰੀਆ ਦੇ ਮੁਖੀ ਪ੍ਰੋਫੈਸਰ ਰਿਆਨ ਗੌਸੇ ਨੇ ਕਿਹਾ ਕਿ ਰਾਕਟ ਪੁਲਾੜ ਮਿਸ਼ਨ ਦੀ ਦੁਨੀਆ 'ਚ ਚਮਤਕਾਰ ਹੋਏਗਾ। ਇਸ ਨਾਲ ਤੁਸੀਂ ਪੁਲਾੜ ਦੀ ਲੰਬੀ ਦੂਰੀ ਨੂੰ ਘੱਟ ਸਮੇਂ ਪੂਰਾ ਕਰ ਸਕੇਗੀ, ਪਰ ਇਸ ਨੂੰ ਬਣਾਉਣ ਦੇ ਵਿੱਚ ਕਾਫੀ ਦਿਮਾਗ, ਟੈਕਨੀਕ ਤੇ ਪੈਸੇ ਦੀ ਲੋੜ ਹੋਏਗੀ। ਨਿਊਕਲੀਅਰ ਥਰਮਲ ਪ੍ਰੋਪੋਰਸ਼ਨਲ ਵਿੱਚ ਪਰਮਾਣੂ ਰਿਐਕਟਰ ਲਿਕੁਇਡ ਹਾਈਡਰੋਜਨ ਪ੍ਰੋਪਲੈਂਟ ਨੂੰ ਗਰਮ ਕਰੇਗਾ। ਸ਼ਾਹਪੁਰ ਦੇ ਗੁਰਮਿੰਦਰ ਸਿੰਘ ਗੈਰੀ ਅਮਰੀਕਾ ਦੇ ਸ਼ਹਿਰ ਮੈਨੀਟਿਕਾ 'ਚ ਮੇਅਰ ਬਣ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹੇ ਨੇ। ਜੀ ਹਾਂ, ਉਹਨਾਂ ਨੇ ਉੱਥੋਂ ਦੇ ਮੇਅਰ ਦਾ ਅਹੁਦਾ ਸੰਭਾਲਿਆ। ਇਸ ਸੰਬੰਧੀ ਗੁਰਮਿੰਦਰ ਸਿੰਘ ਗੈਰੀ ਦੇ ਪਰਿਵਾਰਕ ਮੈਂਬਰ ਅਵਤਾਰ ਸਿੰਘ, ਮਹਿਰੋਕ, ਸਤਨਾਮ ਸਿੰਘ ਆਦਿ
शामिल रहे। उन्होंने दस्सिया कि गुरमिंदर सिंह ग्यारी दे दादा जी चानन सिंह महरौक सैकटरी जो इलाके च एक मन्नी परमन्नी शख्सियत सन ते उन्हां दे पिता सुच्चा सिंह महरौक बहुत मेहनती सन। उन्होंने दस्सिया कि गुरमिंदर सिंह छोटी उम्र दे विच अमेरिका च जा वसे, जिन्हां ने अमेरिका विच जाके सख्त मेहनत करके मेयर बन के एक वखरा मुकाम हासिल किया, जिस नाल गुरमिंदर ने पंजाब और देश का नाम रोशन किया। इस मौके उन्होंने दस्सिया कि गुरमिंदर सिंह ग्यारी के मेयर बनने के नाल पिंड शाहपुर और इलाके च खुशी की लहर है। यह खुशी पिंड वासियों ने लड्डू वंड के सांझी की। कैनेडा तो एक बुरी खबर सामने आई। ब्रैम्पटन तो लापता 25 साल की भारतीय मूल की औरत की एक तस्वीर जारी की गई है। नाल ही पील खेतर 22 डिवीजन क्रिमिनल इन्वेस्टिगेशन ब्यूरो के जांचकर्ता ने लापता औरत का पता लगाउण दे विच जनता की सहायता की मांग की है। यशिका गुप्ता नूं आखिरी बार वीरवार जनवरी 19/2023 ਨੂੰ ਲਗਭਗ 9:30 ਵਜੇ ਬ੍ਰੈਂਪਟਨ ਸਿਟੀ ਵਿੱਚ ਸਟੀਲਸ ਐਵਨਿਊ ਵੈਸਟ ਅਤੇ ਕਲੇਮੈਂਟਾਈਨ ਡਰਾਈਵ ਦੇ ਖੇਤਰ ਵਿੱਚ ਦੇਖਿਆ ਗਿਆ ਸੀ। ਯਸ਼ਿਕਾ ਗੁਪਤਾ ਨੂੰ ਦੱਖਣੀ ਏਸ਼ੀਆਈ ਮੂਲ ਦੀ ਔਰਤ ਵਜੋਂ ਦੱਸਿਆ ਗਿਆ। ਉਸ ਦੀ ਹਾਈਟ 5 ਫੁੱਟ 3 ਇੰਚ ਅਤੇ ਗੁੜੀਆਂ ਭੁਰੀਆਂ ਅੱਖਾਂ ਵਜੋਂ ਵਰਣਿਤ ਕੀਤਾ ਗਿਆ। ਉਸ ਨੂੰ ਆਖਰੀ ਵਾਰ ਬਰਗੰਡੀ ਮਰੂਨ ਲੰਬੇ ਸਲੀਵਵੇਅਰ ਟਰੈਕ ਸੂਟ ਅਤੇ ਕਾਲੇ ਬੂਟ ਪਹਿਨੇ ਦੇਖਿਆ ਗਿਆ। पुलिस और परिवार उसकी तंदुरुस्ती लिए चिंतित है। यशिका गुप्ता संबंधी कोई भी जानकारी देने की अपील की गई है। जानकारी देने के लिए किसी भी व्यक्ति को वाइट डिवीजन क्रिमिनल इन्वेस्टिगेशन ब्यूरो ते कॉल करने के लिए कहा गया है। उन्होंने अपने फोन नंबर भी जारी किए हैं। फोन नंबर ने 45322121। ओंटारियो ਦੇ ਵਿੱਚ 12,000 ਤੋਂ ਵੱਧ ਬੱਚੇ ਵੱਖ-ਵੱਖ ਸਿਹਤ ਸਮੱਸਿਆਵਾਂ ਕਾਰਨ ਸਰਜਰੀ ਦੀ ਉਡੀਕ ਕਰ ਰਹੇ ਨੇ ਅਤੇ ਗੁੰਝਲਦਾਰ ਹਾਲਾਤ ਨੂੰ ਵੇਖਦਿਆਂ ਬੱਚਿਆਂ ਦੇ ਹਸਪਤਾਲਾਂ ਵੱਲੋਂ ਸੂਬਾ ਸਰਕਾਰ ਦੀ ਮਦਦ ਮੰਗੀ ਗਈ ਹੈ। ਹਸਪਤਾਲ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਰੈਸਪੀਰੇਟਰੀ ਵਾਇਰਸ ਅਤੇ ਫਲੂ ਕਾਰਨ ਹਾਲਾਤ ਬੇਕਾਬੂ ਹੋਏ, ਜਦੋਂ ਆਪਰੇਸ਼ਨ ਰੱਦ ਕਰਦਿਆਂ ਸਟਾਫ ਨੂੰ ICU ਦੇ ਵਿੱਚ ਤਾਇਨਾਤ ਕੀਤਾ ਗਿਆ। ਟੋਰਾਂਟੋ ਦੇ ਹਸਪੀਟਲ ਫਾਰ ਸਿਕ ਕਿਡਜ਼, ਹੈਮਿਲਟਨ ਦੇ ਮੈਕਮਾਸਟਰ ਹਸਪਤਾਲ, ਲੰਡਨ ਹੈਲਥ ਸਾਇੰਸ ਵਿਖੇ ਬੱਚਿਆਂ ਦੇ ਹਸਪਤਾਲ ਅਤੇ ਓਟਾਵਾ ਦੇ ਬੱਚਿਆਂ ਦੇ ਹਸਪਤਾਲਾਂ ਵਿੱਚ ਸਰਜਰੀਆਂ ਦਾ ਵੱਡਾ ਬੈਕਲੌਗ ਪੈਦਾ ਹੋ ਗਿਆ ਹੈ। BC ਦੇ ਮੈਰਿਟ ਸ਼ਹਿਰ ਨੇੜੇ ਵਾਪਰੇ ਬੱਸ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਕਰਨਜੋਤ ਸਿੰਘ ਸੋਢੀ ਦਾ ਪਰਿਵਾਰ ਬੀਤੇ ਦਿਨੀ ਕੈਨੇਡਾ ਪਹੁੰਚ ਗਿਆ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਸ਼ਨੀਚਰਵਾਰ ਨੂੰ ਰਿਵਰਸਾਈਡ ਫਿਊਨਰਲ ਹੋਮ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਜ਼ੁਰਗ ਮਾਂ, ਪਤਨੀ, 2 ਛੋਟੇ ਬੱਚਿਆਂ ਤੋਂ ਉਹਨਾਂ ਦਾ ਸਹਾਰਾ ਖੁੱਸ ਚੁੱਕਾ ਹੈ ਅਤੇ ਭਾਈਚਾਰੇ ਵੱਲੋਂ ਇਹਨਾਂ ਦੀ ਆਰਥਿਕ ਮਦਦ ਦੇ ਉਪਰਾਲੇ ਕੀਤੇ ਜਾ ਰਹੇ ਨੇ। तिरुवनंतपुरम तो मस्कट ओमान के लिए एयर इंडिया एक्सप्रैस की उड़ान टेक ऑफ तो थोड़ी देर बाद वापस लैंड करना पिया। उसनूं दस्सिया जा रहा कि इस फ्लाइट के ऑन बोर्ड कंप्यूटर सिस्टम के विच तकनीकी खाबी कारण इस उड़ान नूं भरन तो कुछ देर बाद वापस लियाउणा पिया। फ्लाइट जिहड़ी है केरल की राजधानी तो सवेरे 8:30 बजे उड़ान भरी सी उसने अते केवल 9:17 ते अंतरराष्ट्रीय हवाई अड्डे ते वापस आ गई। जानकारी के अनुसार दस्सिया जा रहा कि इस फ्लाइट के कप्तान नूं कुछ ही समय च तकनीकी खराबी का अंदाजा हो गया। एयर इंडिया एक्सप्रैस के बुलारे ने दस्सिया कि उस समय जहाज़ के विच कैबिन क्रू, पायलट तो इलावा कुल 105 यात्री सवार सन। उन्होंने यह भी दस्सिया कि सारे 105 यात्री और चालक दल के मैंबर सुरक्षित ने। एयरलाइन यात्रियों लिए दूजी उड़ान का प्रबंध करने की कोशिश कर रही सी। दूजी उड़ान दोपहर 1 बजे उड़ान भर सकती सी। उन्होंने कहा कि सारे यात्री ठीक ठाक ने। यात्रियों की देखभाल और उन्होंने लोड़ां नूं पूरा करने के लिए यतन जारी ने। विश्व सेहत संगठन ने दुनिया के सारे देशों को अपील की है कि वह दूषित दवाइयां के खिलाफ तुरंत और सख्त कार्रवाई करन। दस दिए कि पिछले कुछ समय खंघ की दवाई के नाल कई बच्चों की मौत हो जाने के मामले सामने आए। WHO ने सोमवार को एक बयान जारी करके कहा कि ज़ैम्बिया, इंडोनेशिया, उज़बेकिस्तान विच 5 साल तो घट उम्र के 300 तो वध बच्चों की मौत हो गई। उसकी मौत का कारण किडनी फेल होना सी ते इसका संबंध दूषित दवाई दे नाल सी। WHO ने कहा कि कुछ खंघ के सिरपां दे विच डाइथलाइन गाइक्लोन अते एथिलीन गाइकोल के उच्च पद्धर पाए गए हैं, जो बच्चों में गुर्दियां नूं नुकसान पहुंचाने के लिए दिखाया गया। ध्यान रखो कि डाइथाइलाइन ग्लाइकोल और इथिलीन ग्लाइकोल जहरीले रसायन ने जो बहुत घट मात्रा दे विच घातक साबित हो सकते हैं। रूस की संसद के हेठले सदन के स्पीकर ने
ਯੂਕਰੇਨ ਨੂੰ ਵਧੇਰੇ ਸ਼ਕਤੀਸ਼ਾਲੀ ਹਥਿਆਰਾਂ ਦੀ ਪੇਸ਼ਕਸ਼ ਕਰਨ ਵਾਲੇ ਦੇਸ਼ ਨੂੰ ਐਤਵਾਰ ਨੂੰ ਚੇਤਾਵਨੀ ਦਿੱਤੀ ਹੈ। ਜਿਹੜੇ ਵੀ ਦੇਸ਼ ਹੋਣਗੇ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ। ਅਜਿਹਾ ਕਰਕੇ ਆਪਣੀ ਤਬਾਹੀ ਦਾ ਖਤਰਾ ਖੁਦ ਵਧਾ ਰਹੇ ਨੇ। ਇਸ ਸੰਦੇਸ਼ ਤੋਂ ਬਾਅਦ ਦੇਸ਼ਾਂ ਨੇ ਯੂਕਰੇਨ ਨੂੰ ਬਖਤਰਬੰਦ ਵਾਹਨ, ਹਵਾਈ ਰੱਖਿਆ ਪ੍ਰਣਾਲੀ ਅਤੇ ਹੋਰ ਹਥਿਆਰ ਮੁਹੱਈਆ ਕਰਵਾਉਣ ਦਾ ਨਵਾਂ ਸੰਕਲਪ ਲਿਆ। ਪਰ ਜਰਮਨੀ ਨੇ ਜੰਗੀ ਟੈਂਕ ਲਿਓਪਾਰਡ 2 ਦੀ ਸਪਲਾਈ ਕਰਨ ਦੇ ਲਈ ਸਹਿਮਤੀ ਨਹੀਂ ਦਿੱਤੀ। ਯੂਕਰੇਨ ਦੇ ਸਮਰਥਕਾਂ ਨੇ ਸ਼ੁੱਕਰਵਾਰ ਨੂੰ ਜਰਮਨੀ ਦੇ ਰਾਮਸਟੀਨ 에ਅਰ ਬੇਸ ਤੇ ਇੱਕ ਮੀਟਿੰਗ ਦੌਰਾਨ ਯੂਕਰੇਨ ਨੂੰ ਅਰਬਾਂ ਡਾਲਰ ਦੀ ਫੌਜੀ ਸਹਾਇਤਾ ਦਾ ਵਾਅਦਾ ਕੀਤਾ, ਪਰ ਜਰਮਨ ਦੁਆਰਾ ਬਣੇ ਲਿਓਪਾਰਡ 2 ਲੜਾਈ ਟੈਂਕਾਂ ਦੀ ਸਪਲਾਈ ਦੇ ਲਈ ਯੂਕਰੇਨ ਦੀ ਬੇਨਤੀ ਤੇ ਸਹਿਮਤੀ ਨਹੀਂ ਬਣ ਸਕੀ। ਲਿਓਪਾਰਡ 2 ਦਾ ਮਾਮਲਾ ਐਤਵਾਰ ਰਾਤ ਨੂੰ ਹੱਲ ਦੇ ਨੇੜੇ ਜਾਪਿਆ। ਜਰਮਨੀ ਦੀ ਵਿਦੇਸ਼ ਮੰਤਰੀ ਅਨਾਲੇਨਾ ਬੇਰਬੌਕ ਨੇ ਕਿਹਾ ਕਿ ਜੇਕਰ ਪੋਲੈਂਡ ਆਪਣੇ ਕੁਝ ਲਿਓਪਾਰਡ ਯੂਕਰੇਨ ਨੂੰ ਦੇਣ ਦਾ ਫੈਸਲਾ ਕਰਦਾ ਹੈ ਤਾਂ ਉਹਨਾਂ ਦਾ ਦੇਸ਼ ਕੋਈ ਇਤਰਾਜ਼ ਨਹੀਂ ਕਰੇਗਾ। ਇਸ ਤੋਂ ਪਹਿਲਾਂ ਰੂਸ ਦੀ ਸੰਸਦ ਦੇ ਹੇਠਲੇ ਸਦਨ ਸਟੇਟ ਡੂਮਾ ਦੇ ਚੇਅਰਮੈਨ ਵਿਆਚੇਸਲਾਵ ਨੇ ਕਿਹਾ ਕਿ ਯੂਕਰੇਨ ਨੂੰ ਵਧੇਰੇ ਸ਼ਕਤੀਸ਼ਾਲੀ ਹਥਿਆਰ ਦੇਣ ਵਾਲੀਆਂ ਸਰਕਾਰਾਂ ਇੱਕ ਗਲੋਬਲ ਤਬਾਹੀ ਦਾ ਕਾਰਨ ਬਣ ਸਕਦੀਆਂ ਨੇ, ਜੋ ਉਹਨਾਂ ਦੇ ਦੇਸ਼ਾਂ ਨੂੰ ਵੀ ਤਬਾਹ ਕਰ ਦੇਗੀ। ਉਹਨਾਂ ਨੇ ਕਿਹਾ ਕਿ ਕੀਵ ਸ਼ਾਸਨ ਨੂੰ ਹਮਲਾਵਰ ਹਥਿਆਰਾਂ ਦੀ ਸਪਲਾਈ ਇੱਕ ਵਿਸ਼ਵ ਤਬਾਹੀ ਵੱਲ ਲੈ ਜਾਏਗੀ। ਵੋਲੋਡਿਨ ਨੇ ਕਿਹਾ ਕਿ ਜੇਕਰ ਵਾਸ਼ਿੰਗਟਨ ਨਾਟੋ ਹਥਿਆਰਾਂ ਦੀ ਸਪਲਾਈ ਕਰਦੇ ਨੇ ਅਤੇ ਉਹਨਾਂ ਦੀ ਵਰਤੋਂ ਸ਼ਾਂਤੀਪੂਰਨ ਸ਼ਹਿਰਾਂ ਤੇ ਹਮਲਾ ਕਰਨ ਲਈ ਕਰਦੇ ਨੇ, ਜਿਵੇਂ ਕਿ ਉਹ ਧਮਕੀ ਦੇ ਚੁੱਕੇ ਨੇ, ਤਾਂ ਹੋਰ ਸ਼ਕਤੀਸ਼ਾਲੀ ਹਥਿਆਰਾਂ ਨਾਲ ਇਸ ਦਾ ਜਵਾਬ ਦਿੱਤਾ ਜਾਏਗਾ। ਜਰਮਨੀ ਯੂਕਰੇਨ ਨੂੰ ਹਥਿਆਰਾਂ ਦੇ ਮੁੱਖ ਸਪਲਾਇਰ ਦੇ ਵਿੱਚੋਂ ਇੱਕ ਹੈ ਅਤੇ ਉਸਨੇ ਸੰਭਾਵਤ ਹਰੀ ਝੰਡੀ ਲਈ ਆਪਣੇ ਲਿਓਪਾਰਡ 2 ਭੰਡਾਰ ਦੀ ਸਮੀਖਿਆ ਦਾ ਆਦੇਸ਼ ਦਿੱਤਾ ਹੈ। ਪਰ ਜਰਮਨ ਸਰਕਾਰ ਯੂਕਰੇਨ ਦੇ ਲਈ ਵਚਨਬੱਧਤਾ ਵਧਾਉਣ ਦੀ ਦਿਸ਼ਾ ਵਿੱਚ ਹਰ ਕਦਮ ਧਿਆਨ ਨਾਲ ਚੁੱਕ ਰਹੀ ਹੈ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਐਤਵਾਰ ਨੂੰ ਕਿਹਾ ਕਿ ਉਹ ਯੂਕਰੇਨ ਨੂੰ ਲੈਕਰਕ ਲੜਾਕੂ ਟੈਂਕ ਭੇਜਣ ਤੋਂ ਇਨਕਾਰ ਨਹੀਂ ਕਰਦਾ ਅਤੇ ਉਸਨੇ ਆਪਣੇ ਰੱਖਿਆ ਮੰਤਰੀ ਨੂੰ ਇਸ ਵਿਚਾਰ ਤੇ ਕੰਮ ਕਰਨ ਲਈ ਕਿਹਾ। ਇਸ ਦੌਰਾਨ ਪੋਲਿਸ਼ ਪ੍ਰਧਾਨ ਮੰਤਰੀ ਮੈਥਿਊਜ਼ ਮੋਰਾਵੀਕੀ ਨੇ ਕਿਹਾ ਕਿ ਜੇਕਰ ਜਰਮਨੀ ਯੂਕਰੇਨ ਨੂੰ ਲਿਓਪਾਰਡ ਟੈਂਕਾਂ ਦੀ ਸਪਲਾਈ ਕਰਨ ਲਈ ਸਹਿਮਤ ਨਹੀਂ ਹੁੰਦਾ ਤਾਂ ਉਹਨਾਂ ਦਾ ਦੇਸ਼ ਉਹਨਾਂ ਦੇਸ਼ਾਂ ਦੇ ਨਾਲ ਇੱਕ ਛੋਟਾ ਗੱਠਜੋੜ ਬਣਾਉਣ ਦੇ ਲਈ ਤਿਆਰ ਹੈ ਜੋ ਆਪਣੇ ਟੈਂਕ ਭੇਜਣਗੇ। ਕੌਮੀ ਗ੍ਰਿਡ ਦੇ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਅੱਜ ਪੂਰੇ ਪਾਕਿਸਤਾਨ ਦੀ ਬੱਤੀ ਗੁੱਲ ਹੋ ਗਈ ਸੀ ਅਤੇ ਕਰੋੜਾਂ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਨੂੰ ਲਗਭਗ ਪਿਛਲੇ 4 ਮਹੀਨਿਆਂ 'ਚ ਦੂਜੀ ਵਾਰ ਬਿਜਲੀ ਸੰਕਟ ਦੇ ਨਾਲ ਜੂਝਣਾ ਪਿਆ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਬਿਜਲੀ ਸੰਕਟ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੇ ਲਈ 3 ਮੈਂਬਰੀ ਕਮੇਟੀ ਬਣਾਉਣ ਦੇ ਆਦੇਸ਼ ਦਿੱਤੇ ਨੇ। ਊਰਜਾ ਮੰਤਰਾਲੇ ਦੇ ਮੁਤਾਬਕ ਸਵੇਰੇ 7:34 ਤੇ ਕੌਮੀ ਗ੍ਰਿਡ ਵਿੱਚ ਤਕਨੀਕੀ ਨੁਕਸ ਪੈ ਗਿਆ, ਜਿਸ ਕਾਰਨ ਪੂਰੇ ਦੇਸ਼ ਦੇ ਵਿੱਚ ਬਿਜਲੀ ਸੰਕਟ ਖੜਾ ਹੋ ਗਿਆ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਨੁਕਸਾਨ ਨੂੰ ਠੀਕ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ। ਊਰਜਾ ਮੰਤਰੀ ਖੁਰਮ ਦਸਤਗੀਰ ਨੇ ਕਿਹਾ ਕਿ ਬਿਜਲੀ ਸਪਲਾਈ ਬਹਾਲੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ। ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਨੂੰ ਜਲਦੀ ਦੇਸ਼ ਵਿੱਚ ਬਿਜਲੀ ਸਪਲਾਈ ਬਹਾਲ ਹੋਣ ਦੀ ਉਮੀਦ ਹੈ। ਨੈਸ਼ਨਲ ਪਾਵਰ ਕੰਸਟਰਕਸ਼ਨ ਕਾਰਪੋਰੇਸ਼ਨ ਦੇ ਨਾਲ ਜੁੜੇ ਸੂਤਰਾਂ ਨੇ ਦਾ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨੂੰ ਦੱਸਿਆ ਕਿ ਊਰਜਾ ਮੰਤਰੀ ਦਸਤਗੀਰ ਨੇ ਅਧਿਕਾਰੀਆਂ ਨੂੰ ਰਾਤ 10 ਵਜੇ ਤੱਕ ਦੇਸ਼ 'ਚ ਬਿਜਲੀ ਸਪਲਾਈ ਬਹਾਲ ਕਰਨ ਦਾ ਸਮਾਂ ਦਿੱਤਾ। ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੇ ਸਰਦੀਆਂ ਦੇ ਮੌਸਮ ਦੇ ਵਿੱਚ ਬਿਜਲੀ ਦੀ ਮੰਗ ਘਟਣ ਕਾਰਨ ਲਾਗਤ ਘਟਾਉਣ ਦੇ ਲਈ ਰਾਤ ਨੂੰ ਪਾਵਰ ਜਨਰੇਟਰ ਯੂਨਿਟ ਬੰਦ ਕਰ ਦਿੱਤੇ ਸਨ। ਉਹਨਾਂ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਸਿਸਟਮ ਮੁੜ ਚਾਲੂ ਕੀਤਾ ਗਿਆ ਤਾਂ ਦੇਸ਼ ਦੇ ਦੱਖਣੀ ਹਿੱਸੇ ਦੇ ਵਿੱਚ ਬਿਜਲੀ ਸਪਲਾਈ 'ਚ ਸਮੱਸਿਆ ਆਉਣੀ ਸ਼ੁਰੂ ਹੋ ਗਈ ਅਤੇ ਪਾਵਰ ਜਨਰੇਟਰ ਯੂਨਿਟ ਦੇ ਇੱਕ ਕਰਕੇ ਬੰਦ ਹੋ ਗਏ। ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਰਾਚੀ ਵਾਸੀਆਂ ਦੀ ਸਵੇਰੇ ਜਦੋਂ ਜਾਗ ਖੁੱਲੀ ਤਾਂ ਸ਼ਹਿਰ ਦੇ ਵਿੱਚ ਕਿਤੇ ਵੀ ਬਿਜਲੀ ਨਹੀਂ ਸੀ। ਵੇਰਵਿਆਂ ਦੇ ਮੁਤਾਬਕ ਪਾਕਿਸਤਾਨ ਦੇ ਹੋਰ ਸ਼ਹਿਰਾਂ ਵਿੱਚ ਵੀ ਬਿਜਲੀ ਦੇ ਵੱਡੇ ਕੱਟ ਲੱਗ ਰਹੇ, ਪਰ ਕਰਾਚੀ ਦੀ ਹਾਲਤ ਬਦਤਰ ਸਨ। ਦਿੱਲੀ ਤੋਂ ਹੈਦਰਾਬਾਦ ਜਾ ਰਹੀ ਸਪਾਈਸ ਜੈਟ ਦੀ ਫਲਾਈਟ 'ਚ 에ਅਰ ਹੋਸਟੈਸ ਦੇ ਨਾਲ ਦੁਰਵਿਵਹਾਰ ਦੀ ਘਟਨਾ ਸਾਹਮਣੇ ਆਈ। 에ਅਰ ਹੋਸਟੈਸ ਦੇ ਨਾਲ ਦੁਰਵਿਵਹਾਰ ਕਰਨ ਵਾਲੇ ਯਾਤਰੀ ਅਤੇ ਉਸਦੇ ਸਹਿ ਯਾਤਰੀ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਕੈਬਿਨ ਕਰੂ ਦੇ ਨਾਲ ਦੁਰਵਿਵਹਾਰ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇੱਕ ਯਾਤਰੀ ਨੂੰ ਜਹਾਜ਼ ਤੋਂ ਉਤਾਰਿਆ ਗਿਆ। ਸਪਾਈਸ ਜੈਟ ਨੇ ਇੱਕ ਬਿਆਨ 'ਚ ਕਿਹਾ ਕਿ ਸਪਾਈਸ ਜੈਟ ਦੀ ਵੈਟ ਲੀਸਟ ਕਾਰਡੇਨ ਫਲਾਈਟ 23 ਜਨਵਰੀ ਨੂੰ 2023 ਨੂੰ ਦਿੱਲੀ ਤੋਂ ਹੈਦਰਾਬਾਦ ਦੇ ਲਈ ਤੈਅ ਕੀਤੀ ਗਈ ਸੀ। ਦਿੱਲੀ ਵਿੱਚ ਬੋਰਡਿੰਗ ਦੇ ਦੌਰਾਨ ਇੱਕ ਯਾਤਰੀ ਨੇ ਬੇਰਹਿਮ ਅਤੇ ਅਣਉਚਿਤ ਤਰੀਕੇ ਦੇ ਨਾਲ ਵਿਵਹਾਰ ਕੀਤਾ, ਕੈਬਿਨ ਕਰੂ ਨੂੰ ਤੰਗ ਕੀਤਾ ਅਤੇ ਪਰੇਸ਼ਾਨ ਕੀਤਾ। ਕੈਬਿਨ ਕਰੂ ਨੇ PIC ਅਤੇ ਸੁਰੱਖਿਆ ਸਟਾਫ ਨੂੰ ਘਟਨਾ ਦੀ ਸੂਚਨਾ ਦਿੱਤੀ। ਚਾਲਕ ਦਲ ਦੇ ਨਾਲ ਦੁਰਵਿਵਹਾਰ ਕਰਨ ਵਾਲੇ ਯਾਤਰੀ ਅਤੇ ਇੱਕ ਸਹਿ ਯਾਤਰੀ ਨੂੰ ਜਹਾਜ਼ ਤੋਂ ਉਤਾਰਿਆ ਗਿਆ। ਇਸ ਤੋਂ ਬਾਅਦ ਸੁਰੱਖਿਆ ਟੀਮ ਨੂੰ ਸੌਂਪ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਹਾਜ਼ ਵਿੱਚ ਯਾਤਰੀਆਂ ਦਾ ਹੰਗਾਮਾ ਹੋ ਚੁੱਕਿਆ ਹੈ। ਖਾਸ ਗੱਲ ਇਹ ਹੈ ਕਿ ਇਸ ਸਾਲ 9 ਜਨਵਰੀ ਨੂੰ ਦਿੱਲੀ ਤੋਂ ਪਟਨਾ ਆ ਰਹੀ ਫਲਾਈਟ ਵਿੱਚ 에ਅਰ ਹੋਸਟੈਸ ਅਤੇ
ਕਰੂ ਮੈਂਬਰ ਨਾਲ ਨਸ਼ੇ ਦੇ ਆਦੀ ਨੌਜਵਾਨਾਂ ਵੱਲੋਂ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ 2 ਨੌਜਵਾਨਾਂ ਨੂੰ ਪਟਨਾ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਪਿਛਲੇ ਸਾਲ 29 ਦਸੰਬਰ ਨੂੰ ਬੈਂਕਾਕ ਤੋਂ ਕਲਕੱਤਾ ਆ ਰਹੀ ਥਾਈ 에ਅਰਵੇਜ਼ ਦੀ ਫਲਾਈਟ ਦੇ ਵਿੱਚ ਸੀਟ ਨੂੰ ਲੈ ਕੇ ਝਗੜਾ ਹੋਇਆ। ਦੋਵਾਂ ਵਿਚਾਲੇ ਤਕਰਾਰ ਇੱਥੋਂ ਤੱਕ ਪਹੁੰਚ ਗਈ ਕਿ ਲੋਕ ਆਪਸ ਵਿੱਚ ਹੱਥੋਂ-ਪਾਈ ਹੋ ਜਾਂਦੇ ਨੇ। ਇਸ ਤੋਂ ਇਲਾਵਾ ਦਸੰਬਰ 2022 'ਚ ਇੰਡੀਗੋ 에ਅਰਲਾਈਨ ਦੀ ਫਲਾਈਟ 'ਚ 에ਅਰ ਹੋਸਟਸ ਅਤੇ ਯਾਤਰੀ ਦੋਵਾਂ ਦਾ ਇੱਕ ਦੂਜੇ ਤੇ ਰੌਲਾ ਪਾਉਣ ਦਾ ਵੀਡੀਓ ਸਾਹਮਣੇ ਆਇਆ। ਇਸ ਯਾਤਰੀ ਨੇ ਜਹਾਜ਼ ਵਿੱਚ ਆਪਣਾ ਬੁਰਾ ਵਿਵਹਾਰ ਦਿਖਾਇਆ ਅਤੇ ਇੱਕ 에ਅਰ ਹੋਸਟਸ ਦਾ ਅਪਮਾਨ ਕੀਤਾ, ਜਿਸ ਤੋਂ ਬਾਅਦ ਚਾਲਕ ਦਲ ਦੀ ਅਗਵਾਈ ਨੂੰ ਦਖਲ ਦੇਣਾ ਪਿਆ। ਆਲ ਇੰਡੀਆ ਕੈਬਿਨ ਕ੍ਰਿਊ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ 에ਅਰ ਇੰਡੀਆ ਦੀ ਉਡਾਣ ਦੇ ਵਿੱਚ ਵਿਅਕਤੀ ਵੱਲੋਂ ਮਹਿਲਾ ਸਹਿ ਯਾਤਰੀ ਤੇ ਕਥਿਤ ਯੂਰਿਨ ਦੇ ਮਾਮਲੇ 'ਚ ਇੱਕ 에ਅਰਲਾਈਨ ਦੇ ਅਮਲੇ ਨੂੰ ਹਟਾਉਣ ਦੇ ਫੈਸਲੇ ਨੂੰ ਵਾਪਸ ਲਿਆ ਜਾਏ। ਜ਼ਿਕਰਯੋਗ ਹੈ ਕਿ ਇਹ ਘਟਨਾ ਬੀਤੀ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਜਾ ਰਹੀ 에ਅਰ ਇੰਡੀਆ ਦੀ ਉਡਾਣ 'ਚ ਬਿਜ਼ਨਸ ਕਲਾਸ ਵਿੱਚ ਕਥਿਤ ਤੌਰ ਤੇ ਵਾਪਰੀ ਸੀ। 에ਅਰ ਇੰਡੀਆ ਨੇ ਇਸ ਘਟਨਾ ਸੰਬੰਧੀ ਇਸ ਜਹਾਜ਼ ਦੇ ਪਾਇਲਟ ਇਨ ਕਮਾਂਡ ਅਤੇ ਅਮਲੇ ਦੇ 4 ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਅਤੇ ਜਾਂਚ ਮੁਕੰਮਲ ਹੋਣ ਤੱਕ ਕੰਮ ਕਰਨ ਤੋਂ ਰੋਕ ਦਿੱਤਾ ਸੀ। ਇਸ ਘਟਨਾ ਸੰਬੰਧੀ ਹਵਾਬਾਜ਼ੀ ਪ੍ਰਸ਼ਾਸਕ DGCA ਨੇ 에ਅਰ ਇੰਡੀਆ ਨੂੰ 30 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੀ ਅਤੇ ਪਾਇਲਟ ਇਨ ਕਮਾਂਡ ਦਾ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰ ਦਿੱਤਾ। AIECA ਨੇ ਜਹਾਜ਼ ਦੇ ਅਮਲੇ ਨੂੰ ਬਹਾਲ ਕਰਨ ਦੀ ਹੁਣ ਮੰਗ ਕੀਤੀ ਹੈ। ਰੋਡ ਰੇਜ ਕੇਸ ਦੇ ਵਿੱਚ ਪਟਿਆਲਾ ਜੇਲ੍ਹ 'ਚ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਵਿੱਚ ਪ੍ਰਸ਼ਾਸਨਿਕ ਅੜਿੱਕਾ ਖੜਾ ਹੋ ਗਿਆ। ਗਣਤੰਤਰ ਦਿਵਸ ਦੇ ਮੌਕੇ ਤੇ ਉਹਨਾਂ ਦੇ ਚੰਗੇ ਆਚਰਣ ਨੂੰ ਦੇਖਦਿਆਂ ਰਿਹਾ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਨੂੰ ਪੰਜਾਬ ਸਰਕਾਰ ਵੱਲੋਂ ਅਜੇ ਮਨਜ਼ੂਰੀ ਨਹੀਂ ਦਿੱਤੀ ਗਈ। ਕੈਬਨਿਟ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਰਿਹਾ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਲੇਕਿਨ 26 ਜਨਵਰੀ ਤੋਂ ਪਹਿਲਾਂ ਕੈਬਨਿਟ ਮੀਟਿੰਗ ਦੀ ਤਜਵੀਜ਼ ਨਹੀਂ ਹੈ। ਇਸ ਕਾਰਨ ਸਿੱਧੂ ਦੇ ਸਮਰਥਕਾਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ। ਇਸ ਦੌਰਾਨ ਪੰਜਾਬ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਜੋ 1 ਫਰਵਰੀ ਨੂੰ ਹੋਣੀ ਸੀ, ਉਸ ਨੂੰ ਵੀ ਸੋਮਵਾਰ ਨੂੰ ਵਧਾ ਕੇ 3 ਫੈਬਰਵਰੀ ਕਰ ਦਿੱਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਲੋਕ ਲਹਿਰ ਬਣਾਉਣ ਦੇ ਲਈ ਸ਼ੁਰੂ ਕੀਤੀ ਗਈ ਦਸਤਖਤੀ ਮੁਹਿੰਮ ਨੂੰ ਤੇਜ਼ ਕਰਦਿਆਂ ਹੁਣ ਪ੍ਰਚਾਰਕ ਜਥਿਆਂ ਰਾਹੀਂ ਇਸ ਨੂੰ ਪਿੰਡ ਪੱਧਰ ਤੱਕ ਲਿਜਾਇਆ ਜਾ ਰਿਹਾ। ਸ਼੍ਰੋਮਣੀ ਕਮੇਟੀ ਇਸ ਮੁਹਿੰਮ ਤਹਿਤ ਹੁਣ ਤੱਕ 10 ਲੱਖ ਫਾਰਮ ਭਰ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦਸਤਖਤੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਦਿਆਂ ਵਿਦਿਅਕ ਅਦਾਰਿਆਂ ਦੇ ਨਾਲ-ਨਾਲ ਪ੍ਰਚਾਰਕ ਜਥਿਆਂ ਰਾਹੀਂ ਪਿੰਡਾਂ ਤੱਕ ਪਹੁੰਚਾਇਆ ਗਿਆ। ਇਸ ਸੰਬੰਧੀ ਕਾਨੂੰਨੀ ਚਾਰਾਜ਼ੋਈ ਵੀ ਜਾਰੀ ਹੈ, ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਵੀ ਅਹਿਮ ਹੈ। ਉਹਨਾਂ ਨੇ ਕਿਹਾ ਕਿ ਹੁਣ ਪਿੰਡ ਪੱਧਰ ਤੇ ਪ੍ਰੋਗਰਾਮੇ ਕਰਵਾਉਣ ਦੇ ਲਈ ਪ੍ਰਕਿਰਿਆ ਆਰੰਭੀ ਗਈ ਹੈ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਜੋ ਗੁਰੂ ਘਰਾਂ ਦੇ ਵਿੱਚ ਆ ਕੇ ਪਰਫਾਰਮੇ ਨਹੀਂ ਭਰ ਸਕੇ, ਉਹਨਾਂ ਨੂੰ ਵੀ ਇਸ ਦਾ ਹਿੱਸਾ ਬਣਾਉਣ ਦੇ ਲਈ ਯਤਨ ਕੀਤਾ ਜਾ ਰਿਹਾ। ਇਹ ਪਰਫਾਰਮੇ ਰਾਸ਼ਟਰਪਤੀ ਦੇ ਨਾਂ ਪੱਤਰ ਸਣੇ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਜਾਣਗੇ। ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ 25 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਸੰਯੁਕਤ ਰਾਸ਼ਟਰ ਅਧੀਨ ਰਾਏਸ਼ੁਮਾਰੀ ਦੀ ਮੰਗ ਦੇ ਲਈ ਮਾਰਚ ਕੀਤਾ ਜਾ ਰਿਹਾ। ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਇਹ ਮਾਰਚ ਸਿੱਖ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਨਵੀਂ ਰੂਹ ਭਰੇਗਾ। ਇਸ ਦੌਰਾਨ ਪਾਰਟੀ ਆਗੂਆਂ ਨੇ ਮਾਰਚ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕੀਤੀ ਤੇ ਹੈਰੀਟੇਜ ਸਟਰੀਟ ਦਾ ਮੁਆਇਨਾ ਕੀਤਾ, ਜਿੱਥੇ ਮਾਰਚ ਤੋਂ ਪਹਿਲਾਂ ਇਕੱਠ ਕੀਤਾ ਜਾਏਗਾ। ਦਲ ਖਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਲੋਕਤੰਤਰੀ ਦੇਸ਼ ਹੋਣ ਦਾ ਦਾਅਵਾ ਕਰਨ ਵਾਲੇ ਭਾਰਤ ਵਿੱਚ ਸਿੱਖ ਰਾਜਸੀ ਕੈਦੀਆਂ ਲਈ ਦੋਗਲੇ ਕਾਨੂੰਨ ਨੇ। 3 ਸਾਲ ਦੀ ਉਮਰ ਦੇ ਵਿੱਚ ਫਰਾਟੇ ਨਾਲ 7 ਭਾਸ਼ਾਵਾਂ ਬੋਲਣ ਵਾਲਾ ਬੱਚਾ ਬ੍ਰਿਟੇਨ ਦੀ ਮੇਨਸਾ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਬਣ ਗਿਆ। ਮੇਨਸਾ ਐਲੀਟ ਬੁੱਧੀਜੀਵੀਆਂ ਦਾ ਸੰਗਠਨ ਹੈ। ਟੈਡੀ ਹੋਵਸ ਇਸ ਦਾ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਬਣ ਗਿਆ ਹੈ। ਉਸ ਦੀ ਉਮਰ ਕੇਵਲ 3 ਸਾਲ 9 ਮਹੀਨੇ ਹੈ। ਸਮਰਸੈਟ ਦੇ ਪੋਰਟੀਸ਼ੈਟ ਦਾ ਰਹਿਣ ਵਾਲਾ ਇਹ ਬੱਚਾ ਆਪਣੀ ਮਾਂ ਬੋਲੀ ਤੋਂ ਇਲਾਵਾ 6 ਹੋਰ ਭਾਸ਼ਾਵਾਂ ਦੀ 100 ਤੱਕ ਗਿਣਤੀ ਨੂੰ ਵੀ ਸੁਣਾ ਤੇ ਪਛਾਣ ਸਕਦਾ ਹੈ। ਇਹਨਾਂ ਭਾਸ਼ਾਵਾਂ ਦੇ ਵਿੱਚ ਮੰਦਰਾਨਿਨ, ਵੇਲਜ਼, ਫ੍ਰੈਂਚ, ਸਪੈਨਿਸ਼ ਅਤੇ ਜਰਮਨ ਦੀਆਂ ਭਾਸ਼ਾਵਾਂ ਸ਼ਾਮਲ ਨੇ। ਟੈਡੀ ਨੇ 2 ਸਾਲ ਦੀ ਉਮਰ ਤੋਂ ਹੀ ਪੜ੍ਹਨਾ ਸ਼ੁਰੂ ਕੀਤਾ। ਉਹ ਹੁਣ ਹੈਰੀ ਪੋਟਰ ਦੀਆਂ ਕਿਤਾਬਾਂ ਵੀ ਖੁਦ ਪੜ੍ਹ ਲੈਂਦਾ ਹੈ। ਖਾਲੀ ਸਮੇਂ 'ਚ ਸ਼ਬਦ ਦੀ ਤਲਾਸ਼ ਕਰਕੇ ਉਹਨਾਂ ਨੂੰ ਸਿੱਖਦਾ ਹੈ। IQ ਟੈਸਟ ਕਰਾਇਆ ਤਾਂ ਇਹ 160 ਵਿੱਚੋਂ 139 ਨੰਬਰਾਂ ਤੇ ਰਿਹਾ। ਉਸਦੇ ਮਾਤਾ ਬੇਥ ਅਤੇ ਪਿਤਾ ਵਿਲ ਹੈਰਾਨ ਰਹਿ ਗਏ ਨੇ। ਉਹਨਾਂ ਨੂੰ ਉਮੀਦ ਨਹੀਂ ਹੈ ਕਿ ਉਹਨਾਂ ਦਾ ਬੇਟਾ ਇੰਨਾ ਤੇਜ਼ ਹੈ। ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਦੇ ਨਾਲ ਗੜੇ ਪੈਣ ਦੇ ਅਸਾਰ ਦੱਸੇ ਗਏ ਸੀ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੇ ਲਈ ਵੀ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਦੋਵੇਂ ਰਾਜਾਂ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਨੂੰ ਸੀਤ ਲਹਿਰ ਜਾਰੀ ਰਹੀ। ਰੂਪਨਗਰ ਦੇ ਵਿੱਚ ਘੱਟੋ-ਘੱਟ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੂਪਨਗਰ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਰਿਹਾ। ਇਸ ਦੇ ਨਾਲ ਹੀ ਸੂਬੇ ਦੇ ਹੋਰ ਸਥਾਨਾਂ ਦੀ ਗੱਲ ਕਰੀਏ ਤਾਂ ਪਟਿਆਲਾ ਵਿੱਚ ਵੀ ਤਾਪਮਾਨ 6.8 ਡਿਗਰੀ ਸੈਲਸੀਅਸ ਰਾਤ ਨੂੰ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 7.3 ਡਿਗਰੀ ਦਰਜ ਕੀਤਾ ਗਿਆ। ਇਸ ਹਿਸਾਬ ਦੇ ਨਾਲ ਠੰਡ ਲਗਾਤਾਰ ਹੁਣ ਪੰਜਾਬ 'ਚ ਵੱਧ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।